ਇੱਕ ਸਿੱਖ ਆਇਓ ਨਾਮ ਕਿਦਾਰੀ। ਇੱਕ ਸਿੱਖ ਆਇਆ ਫਿਰ ਇੱਥੇ ਗੁਰੂ ਅੱਗੇ ਪ੍ਰਸੰਗ ਜਿਹੜਾ ਅਗਲੇ ਸਿੱਖ ਦਾ ਆਰੰਭ ਕਵੀ ਜੀ ਕਰਦੇ ਆ। ਖਡੂਰ ਸਾਹਿਬ ਦੀ ਧਰਤੀ ਤੇ ਇੱਕ ਹੋਰ ਸਿੱਖ ਮਹਾਰਾਜ ਪਾਸ ਆਇਆ ਕਿਦਾਰੀ, ਜਿਸ ਦਾ ਨਾਮ ਹੈ ਸਤਿਗੁਰ ਆਗੇ ਬਿਨਾ ਉਚਾਰੀ। ਇਹਨੇ ਵੀ ਆ ਕੇ ਹਜ਼ੂਰ ਦੇ ਅੱਗੇ ਬੇਨਤੀ ਕੀਤੀ ਆ। ਕਾਮ ਕ੍ਰੋਧ ਮਹਿ ਜਲਤੋ ਜਗਤ। ਕਹਿੰਦਾ ਹੈ ਗੁਰੂ ਅੰਗਦ ਪਾਤਸ਼ਾਹ, ਵੇਖੋ ਨਾ ਸਾਰਾ ਸੰਸਾਰ ਕਿਵੇਂ ਕਾਮ ਕ੍ਰੋਧ ਮੋਹ ਲੋਭ ਹੰਕਾਰ ਦੀ ਵਿਸ਼ਿਆਂ ਵਕਾਰਾਂ ਦੀ ਅੱਗ ਵਿੱਚ ਸੜ ਰਿਹਾ ਹੈ। ਮੋਹਿ ਉਬਾਰਹਾ ਕਰ ਨਿਜ ਭਗਤ। ਤੇ ਮਹਾਰਾਜ ਮੈਨੂੰ ਆਪਦੀ ਭਗਤ ਜਾਣ ਕਰਕੇ ਮੈਨੂੰ ਸੱਚੇ ਪਾਤਸ਼ਾਹ ਜੀ ਮੇਰਾ ਵੀ ਇਸ ਸੰਸਾਰ ਤੋਂ ਉਧਾਰਾ ਕਰੋ। ਇਹ ਸੰਸਾਰ ਸੜ ਬਲ ਰਿਹਾ ਹੈ, ਤੋ ਮੇਰਾ ਮਰੇ ਸੜਦੇ ਬਲਦੇ ਸੰਸਾਰ ਤੋਂ ਕਿਰਪਾ ਕਰੋ, ਪਾਰ ਉਤਾਰਾ ਕਰ ਦਵੋ। ਤਰਾਸ ਪਾਏ ਮੈਂ ਸ਼ਰਨ ਤਿਹਾਰੀ। ਕਿਉਂਕਿ ਮਹਾਰਾਜ ਮੈਂ ਡਰ ਗਿਆ ਸੱਚੇ ਪਾਤਸ਼ਾਹ ਜੀ ਸੰਸਾਰ ਦੀ ਹਾਲਤ ਵੇਖ ਕੇ, ਤੇ ਡਰਦਾ ਹੋਇਆ ਤੁਹਾਡੀ ਚਰਨ ਸ਼ਰਨ ਵਿੱਚ ਆਇਆ ਹਾਂ। ਆਣ ਪਰਿਓ ਦੇਹ ਆਸਰ ਭਾਰੀ। ਮਹਾਰਾਜ ਤੁਹਾਡਾ ਆਸਰਾ ਕੀਤਾ ਵੈ, ਆਸਰਾ ਧਾਰਨ ਭਾਰੀ ਆਸਰਾ ਤੁਹਾਡਾ ਮੈਂ ਜਿਹੜਾ ਵੈ ਉਹ ਆਣ ਕਹੀਏ ਤੁਹਾਡੀ ਆਣ ਤੱਕੀ ਵੈ, ਤੁਹਾਡਾ ਆਸਰਾ ਭਾਰੀ ਤੱਕਿਆ ਹੈ। ਸੁਣ ਕੇ ਸ਼੍ਰੀ ਅੰਗਦ ਤਿਸ ਕਹਿਓ। ਉਸ ਸਮੇਂ ਫਿਰ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਭਾਈ ਕਦਾਰੀ ਜੀ ਤੋਂ ਸੁਣ ਬੇਨਤੀ ਬੋਲੇ ਆ। ਸਕਲ ਬੇਕਾਰਨ ਤੇ ਜਗ ਦਹਿਓ। ਮਹਾਰਾਜ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਇਹ ਭਾਈ ਕਦਾਰੀ ਜੀ ਸੱਚ ਗੱਲ ਹੈ, ਸਾਰੇ ਵਿਕਾਰਾਂ ਵਿਸ਼ਿਆਂ ਤੋਂ ਜਗ ਸੱਚਮੁੱਚ ਹੀ ਸੜ ਰਿਹਾ ਹੈ। ਦਾਵਾ ਅਗਨ ਬਹੁਤ ਤ੍ਰਿਣ ਜਾਲੇ, ਕੋਈ ਹਰਿਆ ਬੂਟ ਰਹੇ ਹੋਰੀ। ਸਾਰਾ ਸੰਸਾਰ ਹੀ ਵਿਸ਼ਿਆਂ ਵਿਕਾਰਾਂ ਤ੍ਰਿਸ਼ਨਾ ਦੇ ਵਿੱਚ ਸੜ ਰਿਹਾ ਹੈ। ਜਿਮ ਦਾ ਲੱਗਿਓ ਮਹਾ ਸਭ ਬਨ ਕੋ। ਭਾਈ ਕਦਾਰੀ ਜੀ ਇਉਂ ਸੜਦਾ ਜਿਵੇਂ ਵੱਡੇ ਜੰਗਲ ਵਿੱਚ ਅੱਗ ਲੱਗੀ ਹੁੰਦੀ ਹੈ। ਫਾਂਧੋ ਜਾਤ ਮ੍ਰਿਗ ਕਰ ਬਲ ਤਨ ਕੋ। ਪਰ ਜਦੋਂ ਅੱਗ ਲੱਗਦੀ ਹੈ ਨਾ ਜੰਗਲ ਨੂੰ, ਰਹਿੰਦੇ ਜੰਗਲ 'ਚ ਹੀ ਹੈ ਮਿਰਗ ਹੁੰਦੇ ਜਿਹੜੇ, ਪਰ ਜਦ ਹੀ ਅੱਗ ਲੱਗਦੀ ਹੈ ਫਿਰ ਦੌੜਾਂ ਪੱਟਦੇ ਵੇ, ਬੜੀ ਦੂਰ ਨੂੰ ਭੱਜਦੇ ਆ ਉਹਦੇ ਸਰੀਰ ਦਾ ਜ਼ੋਰ ਲਾ ਲਾ ਕੇ। ਮਹਾ ਤਪਤ ਤੇ ਸਲਤਾ ਮਾਹੀ। ਤੇ ਫਿਰ ਜਦੋਂ ਬਾਹਲੀ ਤਪਸ਼ ਪੈਂਦੀ ਵੇ ਸਰੀਰ ਦੀ ਤਪਸ਼ ਤੋਂ ਦੁਖੀ ਹੋ ਕਰਕੇ ਫਿਰ ਸਰਤਾ ਨਦੀ ਵਿੱਚ ਛਾਲਾ ਮਾਰਦੇ ਹਨ। ਜਾਏ ਪ੍ਰਵੇਸ਼ਾ ਹੈ ਸੁਖ ਬਹ ਪਾਹੀ। ਤੇ ਬੜਾ ਸੁਖ ਪ੍ਰਾਪਤ ਹੁੰਦਾ ਹੈ। ਭਾਵ ਮਹਾਰਾਜ ਕਹਿੰਦੇ ਜਦੋਂ ਇਹ ਅੱਗ ਲੱਗਦੀ ਜੰਗਲ ਨੂੰ, ਤੇ ਹਰਨਾਦਕ ਜਿਹੜੇ ਜੰਗਲ ਦੇ ਜੀਵ ਆ ਉਹ ਜਦੋਂ ਸੇਕ ਪੈਂਦਾ ਫਿਰ ਨਦੀ ਦਾ ਆਸਰਾ ਲੈਂਦੇ ਵਾ, ਜਾ ਕੇ ਨਦੀ ਦੇ ਵਿੱਚ ਛਾਲਾ ਮਾਰ ਮਾਰ ਕੇ ਨਦੀ ਵਿੱਚ ਸੁਖ ਪਾਉਂਦੇ, ਤਪਸ਼ ਦੂਰ ਕਰ ਲੈਂਦੇ ਆ। ਤਿਮ ਜਗ ਜਲਤ ਦੇਖ ਕਰ ਤਿਆਗ ਤਿਆਗ। ਐਵੇਂ ਭਾਈ ਕਦਾਰੀ ਜੀ ਜਿਵੇਂ ਹਰਨਾ ਨੇ ਉਹ ਜੰਗਲ ਸੜਦਾ ਵੇਖ ਕੇ ਛੱਡ ਦਿੱਤਾ ਨਾ, ਨਦੀ ਨੂੰ ਆਏ ਵੈ, ਇਸੇ ਤਰ੍ਹਾਂ ਇਹ ਸਾਰਾ ਸੰਸਾਰ ਸੜਦਾ ਵੇਖ ਕਰਕੇ ਮਿਲ ਸਤ ਸੰਗਤ ਸੇਵਾ ਲਾਗੇ। ਛੱਡ ਦੇਣਾ ਚਾਹੀਦਾ ਸੰਸਾਰ ਸੜਦਾ ਵੇਖ ਕੇ। ਫਿਰ ਨਦੀ ਕੀ ਹੈ? ਨਦੀ ਖਾਲਸਾ ਜੀ ਸਾਧ ਸੰਗਤ ਹੈ। ਸਾਧ ਸੰਗਤ ਦੇ ਵਿੱਚ ਆਣ ਕਰਕੇ ਜਿਹੜੀ ਵੈ ਉਹ ਨਾਮ ਰੂਪੀ ਠੰਡ ਪ੍ਰਾਪਤ ਕਰੀਏ। ਸਕਲ ਬੇਕਾਰਨ ਤਪਤ ਬਿਨਾਸੇ। ਜਿਹੜੀ ਸਾਰਿਆਂ ਵਿਸ਼ਿਆਂ ਵਕਾਰਾਂ ਦੀ ਸੰਸਾਰ ਰੂਪੀ ਜੰਗਲ ਨੂੰ ਅੱਗ ਦੀ ਤਪਸ਼ ਪੈਂਦੀ ਹੈ ਨਾ, ਇਹ ਫਿਰ ਮਹਾਰਾਜ ਕਹਿੰਦੇ ਕਿ ਨਦੀ ਦੇ ਸਦਰਸ ਜਿਹੜੀ ਸਤ ਸੰਗਤ ਵੈ, ਜੀਵ ਮਿਰਗਾਂ ਵਰਗੇ ਵੈ, ਸਾਰੀ ਤਪਸ਼ ਦਾ ਨਾਸ਼ ਹੋ ਜਾਂਦਾ ਹੈ। ਸ਼ੀਤਲਤਾ ਗੁਰ ਸ਼ਬਦ ਪ੍ਰਕਾਸ਼ੇ। ਗੁਰੂ ਕੇ ਸ਼ਬਦ ਨਾਮ ਬਾਣੀ ਚੋਂ ਫਿਰ ਠੰਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ। ਇਉਂ ਫਿਰ ਠੰਡ ਪੈਂਦੀ ਵੈ ਨਾਮ ਗੁਰੂ ਕੇ ਸ਼ਬਦ ਦੇ ਵਿੱਚੋਂ, ਕੀਰਤਨ ਵਿੱਚੋਂ, ਕਥਾ ਵਿੱਚੋਂ, ਸਤਿਗੁਰਾਂ ਦੇ ਦਰਸ਼ਨਾਂ ਵਿੱਚੋਂ, ਸਤ ਸੰਗਤ ਵਿੱਚੋਂ ਜਿਹੜੀ ਵੈ ਵਿਸ਼ਿਆਂ ਦੀ ਤਪੇ ਹੋਇਆ ਨਾ, ਇਹਦੀ ਠੰਡ ਜਿਹੜੀ ਵੈ ਮਿਲਣੀ ਵੈ ਉਹ ਸੰਗਤ ਵਿੱਚੋਂ, ਗੁਰੂ ਕੇ ਸ਼ਬਦ ਉਪਦੇਸ਼ ਸਿੱਖਿਆ ਵਿੱਚੋਂ ਪ੍ਰਾਪਤ ਹੁੰਦੀ ਹੈ। ਗੁਰਬਾਣੀ ਕੋ ਕਰਤ ਵਿਚਾਰਨ। ਗੁਰਬਾਣੀ ਦਾ ਵਿਚਾਰ ਕਰੀਏ, ਸ਼ਬਦ ਦਾ ਜਿਹੜਾ ਵਿਚਾਰ ਕਰਨਾ, ਅਭਿਆਸ ਕਰਨਾ ਹੈ। ਗਿਆਨ ਸੀਤਲ ਹੈ ਮੋਹ ਨਿਵਾਰਨ। ਤੇ ਗਿਆਨ ਦੀ ਸੀਤਲਤਾ ਠੰਡ ਹੈ ਮੋਹ ਦੇ ਨਿਵਾਰਨ ਵਾਸਤੇ। ਗਿਆਨ ਜਿਹੜਾ ਗਿਆਨ ਰੂਪੀ ਸੀਤਲਤਾ ਹੀ ਹੈ ਸਤ ਸੰਗਤ ਰੂਪੀ ਜਿਹੜੀ ਨਦੀ ਦੇ ਵਿੱਚ। ਸੁਣ ਕਰ ਗੁਰ ਉਪਦੇਸ਼ ਕਿਦਾਰੀ। ਸਤਿਗੁਰਾਂ ਦੇ ਪਾਸੋਂ ਭਾਈ ਕਦਾਰੀ ਜੀਆਂ ਜਦੋਂ ਉਪਦੇਸ਼ ਸੁਣਿਆ ਹੈ, ਦ੍ਰਿੜ ਕੀਣਸ ਔਰ ਬਹ ਨਿਰਤਾਰੀ। ਤੇ ਨਿਰਣੇ ਸਹਿਤ ਹਿਰਦੇ ਵਿੱਚ ਧਾਰਿਆ ਹੈ। ਦੀਪਾ ਅਪਰ ਨਾਰਾਇਣ ਦਾਸ। ਇੱਕ ਨਾਰਾਇਣ ਦਾਸ ਨਾਮ ਦਾ, ਦੂਸਰਾ ਦੀਪਾ ਨਾਮ ਦਾ ਸਿੱਖ ਦੋਏ। ਬੂਲੇ ਸਹਿਤ ਆਏ ਗੁਰ ਪਾਸ। ਤੇ ਤੀਜਾ ਭਾਈ ਬੂਲਾ। ਤਿੰਨੇ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਚਰਨੀ ਪਹੁੰਚੇ ਆ। ਬੰਦਨ ਕਰ ਭਾਖੀ ਅਰਦਾਸ। ਪਹਿਲਾਂ ਮਹਾਰਾਜ ਨੂੰ ਨਮਸਕਾਰ ਕੀਤੀ, ਫਿਰ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੇ ਆ। ਜਨਮ ਮਰਨ ਦੁਖ ਦੇਹੋ ਵਿਨਾਸ਼। ਸੱਚੇ ਪਾਤਸ਼ਾਹ ਜੀ ਮੇਰੇ ਜੰਮਣ ਮਰਨ ਦਾ ਦੁੱਖ ਜਿਹੜਾ ਜੀਵਾਂ ਨੂੰ ਪਿਆ ਹੋਇਆ,
ਸਤਿਗੁਰੂ ਜੀ ਸਾਡਾ ਵੀ ਜੰਮਣ ਮਰਨ ਦਾ ਦੁੱਖ ਤੁਸੀਂ ਨਾਸ਼ ਕਰ ਦੇਵੋ। ਸ੍ਰੀ ਅੰਗਦ ਉਪਦੇਸ਼ ਬਤਾਇਓ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਫਿਰ ਉਪਦੇਸ਼ ਦਿੱਤਾ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕੀਤੀ ਇਹਨਾਂ ਤਿੰਨਾਂ ਸਿੱਖਾਂ ਤੇ। ਕਰਹਾ ਭਗਤ ਜੇ ਇਮ ਉਰ ਪਾਇਓ। ਮਹਾਰਾਜ ਕਹਿੰਦੇ ਭਾਈ ਤੁਹਾਡੇ ਹਿਰਦੇ ਨੂੰ ਜੇ ਇਹ ਚੰਗਾ ਲੱਗਦਾ ਹੈ ਨਾ ਵੀ ਕਲਿਆਣ ਚਾਹੁੰਦੇ ਹੋ, ਸਾਰੇ ਜੰਮਣ ਮਰਨ ਦੇ ਦੁੱਖ ਜਿਹੜੇ ਵਾ ਨਾਸ਼ ਕਰ ਲਈਏ, ਤਾਂ ਮਹਾਰਾਜ ਕਹਿੰਦੇ ਫਿਰ ਭਗਤ ਕਰੋ ਭਾਈ, ਪਰਮੇਸ਼ਰ ਦੀ ਭਗਤੀ ਕਰਨੀ ਚਾਹੀਏ। ਕਹਿਣ ਲਗੇ ਹਮ ਭਗਤ ਨ ਜਾਣੈ। ਇਹ ਵਿਚਾਰੇ ਖਾਲਸਾ ਜੀ ਕੀ ਜਾਣਦੇ ਸੀ ਭਗਤ ਕੀ ਹੁੰਦੀ ਵਾ, ਕਿਉਂਕਿ ਉਸ ਸਮੇਂ ਬੜਾ ਇਹ ਦੇਵੀ ਦੇਵਤਿਆਂ ਸਭ ਨੇ ਆਪਦੇ ਚਰਨਾਂ ਨਾਲ ਲਾਇਆ ਨਾ, ਕਿਸੇ ਨੇ ਦੱਸਿਆ ਹੀ ਨਾ ਵੀ ਨਾਮ ਵੀ ਹੁੰਦਾ, ਕੋਈ ਭਗਤੀ ਵੀ ਹੁੰਦੀ ਜਿਹਦੇ ਨਾਲ ਜੀਵ ਦਾ ਕਲਿਆਣ ਹੋਵੇ। ਇਹ ਵਿਚਾਰੇ ਫਿਰ ਪੁੱਛਦੇ ਆ ਮਹਾਰਾਜ ਸਤਿਗੁਰੂ ਭਗਤੀ ਬਾਰੇ ਤੁਸੀਂ ਆਖਿਆ, ਭਗਤੀ ਹੁੰਦੀ ਕੀ ਹੈ? ਭਗਤੀ ਕਿਸ ਨੂੰ ਆਖਦੇ ਹਨ? ਕਿਮ ਸਰੂਪ ਕੈਸੇ ਕਰ ਠਨ ਹੈ। ਉਹਦਾ ਮਹਾਰਾਜ ਸਰੂਪ ਕੀ ਹੈ ਤੇ ਕਿਹਦੀ ਭਗਤੀ ਠਾਨਣੀ ਹੋ, ਦੱਸੋ ਸਾਨੂੰ ਕਿਰਪਾ ਕਰ। ਸ੍ਰੀ ਗੁਰ ਵਰਣਨ ਕੀਨ ਸਿਖਾਈ। ਫਿਰ ਮਹਾਰਾਜ ਜੀਆਂ ਨੇ ਇਹਨਾਂ ਦੇ ਤਾਈ ਫਿਰ ਵਰਣਨ ਕਰਕੇ ਨਾਲੇ ਸਿਖਾਉਣਾ ਕੀਤੀ ਭਗਤੀ। ਬ੍ਰਹਮ ਸਬਲ ਮਾਇਆ ਜਗ ਜਾਈ। ਮਹਾਰਾਜ ਕਹਿੰਦੇ ਭਾਈ ਜਿਹੜੀ ਸਹਿਤ ਬਲ ਦੇ ਬ੍ਰਹਮ ਤੇ ਸਹਿਤ ਬਲ ਦੇ ਤੇ ਬ੍ਰਹਮ ਦੇ ਸਹਿਤ ਜਿਹੜੀ ਮਾਇਆ ਜਗ ਜਾਈ, ਸੰਸਾਰ ਵਿੱਚ ਜਾਈ, ਸੰਸਾਰ ਨੂੰ ਜਾਈ ਪੈਦਾ ਕੀਤਾ। ਭਾਵ ਕੇ ਸਹਿਤ ਬਲ ਦੇ ਬ੍ਰਹਮ ਨੇ ਤੇ ਇਸ ਪ੍ਰਕਾਰ ਮਾਇਆ ਤੇ ਮਾਇਆ ਤੋਂ ਜਗ ਜਾਈ। ਇਹ ਸੰਸਾਰ ਮਾਇਆ ਤੋਂ ਪੈਦਾ ਹੋਇਆ ਹੈ। ਹੁਕਮ ਪਰਮੇਸ਼ਰ ਕੋ ਤਿਨ ਪਾਇਓ। ਤੇ ਇਸ ਮਾਇਆ ਨੇ ਪਰਮੇਸ਼ਰ ਦਾ ਹੁਕਮ ਪਾ ਕਰਕੇ ਆਪਣੇ ਮਹਿ ਸਭ ਜਗ ਫਰਮਾਇਓ। ਸਾਰੇ ਸੰਸਾਰ ਨੂੰ ਪਰਮੇਸ਼ਰ ਦੇ ਹੁਕਮ ਚ ਹੈ ਨਾ ਮਾਇਆ, ਤੇ ਸੰਸਾਰ ਸਾਰੇ ਨੂੰ ਹੀ ਮਾਇਆ ਨੇ ਪਰਮੇਸ਼ਰ ਦਾ ਹੁਕਮ ਪਾ ਕਰਕੇ ਆਪਦੇ ਵਿੱਚ ਹੀ ਲਾਇਆ ਹੋਇਆ, ਆਪਦੇ ਵਿੱਚ ਹੀ ਭਰਮਾ ਲਿਆ ਹੈ। ਬਾਹਰ ਪ੍ਰਭੂ ਨੇ ਚਤਰ ਉਪਾਏ। ਫਿਰ ਪ੍ਰਭੂ ਪਰਮੇਸ਼ਰ ਨੇ ਸੱਚੇ ਪਾਤਸ਼ਾਹ ਦੀਆਂ ਚਾਰ ਹੋਰ ਜਿਹੜੇ ਵੈ ਰਾਹ ਪੈਦਾ ਕੀਤੇ ਆ। ਜਿਨ ਤੇ ਮਿਲਹਿ ਮੋਹੇ ਕਹ ਆਏ। ਤੇ ਜਿਸ ਪ੍ਰਕਾਰ ਜਿਹੜਾ ਵੈ ਤਾਂ ਕਿ ਪਰਮੇਸ਼ਰ ਕਹਿੰਦੇ ਵਿਚਾਰੇ ਫਿਰ ਮੈਨੂੰ ਆ ਕੇ ਮਿਲ ਜਾਣ, ਜੀਵ ਮੇਥੋਂ ਜੰਮ ਕੇ ਜਦੋਂ ਵਿਛੜਦੇ ਆ ਇਹ ਚਾਰ ਸਾਧਨ ਕਰ ਲੈਣ ਤੇ ਫੇਰ ਆ ਕਰਕੇ ਮੇਰੇ ਨਾਲ ਹੀ ਮਿਲ ਜਾਇਆ ਕਰਨਾ। ਇੱਕ ਬੈਰਾਗ ਜੋਗ ਅਰ ਗਿਆਨ। ਮਹਾਰਾਜ ਕਹਿੰਦੇ ਇੱਕ ਵੈਰਾਗ ਹੈ, ਦੂਜਾ ਯੋਗ ਤੇ ਤੀਜਾ ਗਿਆਨ ਹੈ। ਚੌਥੀ ਉਪਜੀ ਭਗਤ ਮਹਾਨ। ਚੌਥੀ ਵੱਡੀ ਭਗਤ ਹੈ ਮਹਾਨ, ਜਿਹੜੀ ਸਾਰਿਆਂ ਤੋਂ ਤਿੰਨਾਂ ਤੋਂ ਹੀ ਸ਼੍ਰੇਸ਼ਟ ਹੈ। ਗਿਆਨ ਵਿਰਾਗ ਜੋਗ ਸਭ ਤੀਨ। ਵਿਰਾਗ ਗਿਆਨ ਸਹਿਤ ਫਿਰ ਇਸ ਪ੍ਰਕਾਰ ਯੋਗ, ਇਹ ਜਿਹੜੇ ਸ਼੍ਰੇਸ਼ਟ ਇਹ ਵੀ ਤਿੰਨੇ ਵੈਸੇ ਮਹਾਰਾਜ ਕਹਿੰਦੇ ਸ਼੍ਰੇਸ਼ਟ, ਇੱਕ ਵਿਰਾਗ ਇੱਕ ਗਿਆਨ ਤੇ ਇੱਕ ਯੋਗ, ਇਹ ਵੀ ਉੱਤਮ ਹਨ। ਪੁਰਖ ਰੂਪ ਇਨ ਕੋ ਮਨ ਚੀਨ। ਪਰ ਭਾਈ ਦੀਪਾ ਜੀ ਇਹਨਾਂ ਦਾ ਰੂਪ ਜਿਹੜਾ ਨਾ ਉਹ ਪੁਰਖ ਵਾਲਾ ਜਿਹੜਾ ਜਾਣ ਲਓ, ਇਹ ਕਹਿ ਲਓ ਪੁਲਿੰਗ ਜਾਣੀ ਦੇਵ ਹੈ। ਵਿਰਾਗ ਵੀ ਗਿਆਨ ਵੀ ਤੇ ਯੋਗ ਵੀ ਇਹ ਤਿੰਨੇ ਜਾਣ ਲਓ। ਜਿਵੇਂ ਮਨੁੱਖ ਪੁਰਖ ਦਾ ਰੂਪ ਹੁੰਦਾ ਸਮੁੱਚੇ ਤੌਰ ਤੇ ਮਨੁੱਖ ਇੱਕ ਇਸਤਰੀ ਵੈ ਇੱਕ ਪੁਰਖ ਹੈ, ਇਹ ਪੁਰਖ ਪੁਲਿੰਗ ਜਾਣੇ ਜਾਂਦੇ ਆ। ਇਹ ਪੁਰਖ ਕਹਿ ਲਓ, ਇਹਨਾਂ ਨੂੰ ਪੁਲਿੰਗ ਭਾਵ ਕੇ ਜਿਹੜੇ ਵੈ ਪੁਰਖਵਾਚਕ ਕਹਿ ਲਈਏ। ਮਾਇਆ ਲੈ ਇਨ ਕੋ ਪਰਮਾਏ। ਤੇ ਮਾਇਆ ਇਸਤਰੀ ਹੈ, ਇਹਨਾਂ ਨੇ ਫਿਰ ਇਹਨਾਂ ਤਿੰਨਾਂ ਨੂੰ ਹੀ ਮਾਇਆ ਨੇ ਭਰਮਾਇਆ ਹੋਇਆ ਹੈ। ਵੱਡੇ ਯਤਨ ਤੇ ਉਭਰਿਓ ਜਾਏ। ਤੇ ਵੱਡਾ ਯਤਨ ਕਰੀਏ ਤੇ ਵਿਰਾਗੀ ਜਿਹੜੇ ਵਾ ਉਹ ਇਹ ਮਾਇਆ ਤੋਂ ਬਚ ਸਕਦੇ ਵਾ। ਵੱਡੇ ਵੱਡੇ ਗਿਆਨੀ ਜਿਹੜੇ ਵਾ ਬਹੁਤ ਜਿਹੜਾ ਵਾ ਉਦਮ ਕਰਨ, ਬੜਾ ਜ਼ੋਰ ਹੰਬਲਾ ਮਾਰਨ ਤੇ ਬਚ ਸਕਦੇ ਵਾ, ਕਿਉਂਕਿ ਇਹ ਪੁਲਿੰਗ ਹਨ। ਤੋ ਯੋਗ ਜਿਹੜੇ ਵਾ ਯੋਗੀ ਜੁੜੇ ਹੋਏ ਯੋਗ ਨਾਲ, ਇਹਨਾਂ ਸਾਧ ਨਾਲ ਜੁੜੇ ਹੋਏ ਬਹੁਤ ਹੰਬਲਾ ਮਾਰਨ ਬੜੇ ਉਦਮ ਦੇ ਸਦਕਾ ਹੀ ਮਾਇਆ ਤੋਂ ਬਚ ਸਕਦੇ ਆ। ਭਗਤ ਹੈ ਪ੍ਰਤ ਬ੍ਰਤਾ ਨਾਰੀ। ਤੇ ਜਿਹੜੀ ਭਗਤੀ ਹੈ ਨਾ ਇਹ ਸਿੱਖੋ, ਇਹ ਪਤੀ ਬ੍ਰਤਾ ਨਾਰੀ ਵਰਗੀ ਇਸਤਰੀ ਵਰਗੀ ਹੈ। ਇਸ ਭਰਨ ਹੈ ਮਾਇਆ ਬਲ ਭਾਰੀ। ਹੁਣ ਖਾਲਸਾ ਜੀ ਮਹਾਰਾਜ ਦਰਸਾ ਰਹੇ ਵੈ ਕਿ ਪੁਰਖ ਤੇ ਤਾਂ ਨਾਰੀ ਦਾ ਜਿਹੜਾ ਵੈ ਹਾਵ ਭਾਵ ਪੈਦਾ ਹੋ ਸਕਦਾ ਵੈ, ਪਰ ਨਾਰੀ ਤੇ ਨਾਰੀ ਦਾ ਕੋਈ ਪ੍ਰਭਾਵ ਪੈਂਦਾ ਨਹੀਂ। ਭਗਤੀ ਮਹਾਰਾਜ ਕਹਿੰਦੇ ਇਸਤਰੀ ਹੈ। ਤੋ ਯੋਗ ਵਿਰਾਗ ਤੇ ਗਿਆਨ ਇਹ ਪੁਰਖ ਹਨ ਤੇ ਮਾਇਆ ਵੀ ਇਸਤਰੀ ਹੈ। ਇਹ ਮਾਇਆ ਇਸਤਰੀ ਕਹਿ ਕਰਕੇ ਤੇ ਇਹਨੇ ਜਿਹੜਾ ਯੋਗ ਵਿਰਾਗ ਤੇ ਇਸ ਪ੍ਰਕਾਰ ਗਿਆਨ ਇਹਨਾਂ ਤਿੰਨਾਂ ਨੂੰ ਆਪਦੇ ਪਿੱਛੇ ਲਾ ਲਿਆ, ਪਰ ਭਗਤ ਨਹੀਂ ਇਹਦੇ ਪਿੱਛੇ ਲੱਗਦੀ, ਕਿਉਂਕਿ ਭਗਤ ਖੁਦ ਆਪ ਇੱਕ ਇਸਤਰੀ ਕਹਿ ਲਵੋ। ਇਸਤਰੀ ਕੋ ਇਸਤਰੀ ਨਾ ਪ੍ਰਮਾਵੈ। ਤੇ ਇਸਤਰੀ ਨੂੰ ਮਾਰੇ ਕਹਿੰਦੇ ਇਸਤਰੀ ਕਦੇ ਨਹੀਂ ਭਰਮਾ ਸਕਦੀ ਹੈ। ਤਰਹਿ ਭਗਤ ਤਿਸ ਪ੍ਰਭੂ ਮਿਲਾਵੈ। ਤੇ ਫਿਰ ਭਗਤ ਕਰਨ ਵਾਲੇ ਤਰ ਜਾਂਦੇ ਵੈ,
ਭਗਤੀ ਜੀਵਾਂ ਨੂੰ ਤਾਰਦੀ ਹੈ ਤੇ ਪ੍ਰਭੂ ਪਰਮੇਸ਼ਰ ਦਾ ਮਿਲਾਪ ਕਰਵਾਉਂਦੀ ਹੈ। ਮਾਇਆ ਨਟਨੀ ਚਾਤਰ ਛਲ ਤੇ ਇਹ ਮਾਇਆ ਜਿਹੜੀ ਨਟਨੀ ਬਾਜੀਗਰ ਵਰਗੀ ਵਾ, ਤਮਾਸ਼ਗੀ ਆ ਪੂਰੀ, ਤੇ ਆਪਣੇ ਛਲ ਤੋਂ ਆਪਦੀ ਚਤੁਰਾਈ ਤੋਂ ਸਭਨ ਭਰਮਾਏ ਲੇਤ ਨਿਜ ਬਲ ਤੇ ਇਹਨੇ ਆਪਦੇ ਬਲ ਦੇ ਨਾਲ ਸਾਰਿਆਂ ਨੂੰ ਭਰਮਾ ਲੈਣਾ ਕੀਤਾ ਹੈ। ਸੁਣ ਸਿੱਖਣ ਬੂਝੇ ਗੁਰ ਫੇਰ ਤੇ ਇਹ ਸੁਣ ਕੇ ਸਿੱਖਾਂ ਨੇ ਫਿਰ ਮਹਾਰਾਜ ਗੁਰੂ ਅੰਗਦ ਪਾਤਸ਼ਾਹ ਦੇ ਪਾਸ ਬੇਨਤੀ ਕਰ ਪੁੱਛਿਆ ਹੈ। ਇਨ ਚਤਰਨ ਕੋ ਰੂਪ ਬਡੇਰ ਮਹਾਰਾਜ ਇਹਨਾਂ ਚਾਰਾਂ ਦਾ ਰੂਪ ਫਿਰ ਵੱਡਾ ਹੋਣਾ ਵਾ, ਭਾਰੀ ਰੂਪ ਹੋਣਾ ਇਹਨਾਂ ਚਾਰਾਂ ਦਾ, ਯੋਗ ਦਾ, ਗਿਆਨ ਵਿਰਾਗ ਤੇ ਭਗਤੀ ਦਾ। ਕਰ ਵਰਣਨ ਸਭ ਦੇਹੋ ਸਮਝਾਏ ਮਹਾਰਾਜ ਕਿਰਪਾ ਕਰਕੇ ਵਰਣਨ ਕਰੋ ਇਸ ਚਾਰਾਂ ਦਾ, ਸਾਨੂੰ ਰੂਪ ਜਿਹੜਾ ਵਾ ਸਮਝਾ ਦੇਣਾ ਕਰੋ, ਜਿਸ ਤੇ ਹਮ ਪ੍ਰਾਪਤ ਹੋਏ ਜਾਏ। ਜਿਸ ਕਰਕੇ ਸਾਨੂੰ ਇਹ ਚਾਰੇ ਹੀ ਪ੍ਰਾਪਤ ਹੋ ਜਾਣ। ਸਮਝਣੇ ਸੌਖੇ ਹੋ ਗਏ, ਜਦ ਸਮਝ ਜਾਵਾਂਗੇ ਮਹਾਰਾਜ ਫਿਰ ਸਾਨੂੰ ਹਾਸਲ ਵੀ ਸੌਖੇ, ਪ੍ਰਾਪਤ ਵੀ ਸੌਖੇ ਹੋ ਜਾਣਗੇ। ਜਨਮ ਮਰਨ ਕੋ ਬਾਹਰ ਨ ਪਾਏ ਤੇ ਬੌੜੋ ਫਿਰ ਜਨਮ ਮਰਨ ਨਾ ਸਾਨੂੰ ਪ੍ਰਾਪਤ ਹੋਵੇਗਾ। ਅਨੰਦ ਰੂਪ ਮਹਿ ਰਹਿ ਸਮਾਏ ਤੇ ਜਿਹੜਾ ਆਨੰਦ ਸਰੂਪ ਪਰਮੇਸ਼ਰ ਹੈ, ਅਸੀਂ ਮਹਾਰਾਜ ਉਹਦੇ ਵਿੱਚ ਹੀ ਸਮਾ ਜਾਈਏ, ਉਹਦੇ ਵਿੱਚ ਹੀ ਲੀਨ ਹੋ ਜਾਵਾਂਗੇ। ਤਬ ਸ਼੍ਰੀ ਅੰਗਦ ਬਹਰ ਉਚਾਰਾ ਸਿੱਖਾਂ ਦੀ ਬੇਨਤੀ ਸੁਣ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀਆਂ ਫਿਰ ਦੱਸਣ ਲੱਗੇ, ਨਾ ਚਾਰਾਂ ਦਾ ਸਰੂਪ ਖੋਲ ਖੋਲ ਕੇ ਦੱਸਦੇ ਆ। ਇੱਕ ਵਿਰਾਗ ਹੈ ਉਭੈ ਪ੍ਰਕਾਰਾ ਮਹਾਰਾਜ ਕਹਿੰਦੇ ਜਿਹੜਾ ਪਹਿਲਾ ਵਿਰਾਗ ਹੈ, ਇਹ ਜਿਹੜਾ ਵਾ ਆਮ ਤੌਰ ਤੇ ਦੋ ਪ੍ਰਕਾਰ ਦਾ ਮੰਨਿਆ ਜਾਂਦਾ ਹੈ। ਇੱਕ ਮਨ ਕੋ ਇੱਕ ਤਨ ਕੋ ਹੋਤ ਇੱਕ ਮਨ ਦਾ ਵਿਰਾਗ ਹੁੰਦਾ ਹੈ ਮਹਾਰਾਜ ਕਹਿੰਦੇ ਭਾਈ, ਦੂਜਾ ਸਰੀਰ ਦਾ ਵਿਰਾਗ ਹੁੰਦਾ ਹੈ। ਵੱਡ ਭਾਗਣ ਘੇਰਦਾ ਉਤੋਤ ਇਹ ਹੈ ਦੋਵੇਂ ਹੀ ਵੈਸੇ ਵੱਡੇ ਭਾਗਾਂ ਵਾਲਾਂ ਦੇ ਹਿਰਦੇ ਵਿੱਚ ਪੈਦਾ ਹੁੰਦੇ, ਪਰ ਮਨ ਦਾ ਜਿਹੜਾ ਵਿਰਾਗ ਹੈ ਨਾ, ਵਿਸ਼ੇਸ਼ ਕਰਕੇ ਜਾਣ ਲਈਏ, ਕਿਸੇ ਦੇ ਵੱਡੇ ਹੀ ਭਾਗ ਹੈ ਜਿਹੜਾ ਮਨ ਕਰਕੇ ਵੈਰਾਗੀ ਹੋਵੇ। ਸਕਲ ਪਦਾਰਥ ਤਿਆਗਣ ਕਰੈ ਜਿਹੜਾ ਸਾਰਿਆਂ ਪਦਾਰਥਾਂ ਦਾ, ਘਰ-ਬਾਰ ਦਾ ਤਿਆਗ ਕਰ ਦੇਣਾ ਹੈ। ਧਨ ਬਨਤਾ ਸਤ ਸਭ ਪਰ ਹਰੈ ਆ ਕੀ ਪੈਸਾ ਕੀ ਹੋਇਆ, ਘਰ ਵਾਲੀ ਪੁੱਤਰ ਧੀਆਂ ਸਾਰੇ ਛੱਡ ਦੇਣੇ। ਹਠ ਕਰ ਬਾਹਰ ਕੋ ਤਜ ਦੇਤ ਤੇ ਹੱਠ ਕਰਕੇ, ਅੜੀ ਕਰਕੇ ਨਾ ਬਾਹਰ ਨੂੰ ਚਲੇ ਜਾਣਾ, ਸਾਰਾ ਕੁਝ ਛੱਡ ਕਰਕੇ ਜਿਹੜਾ ਵਾ ਉਹ ਬਾਹਰ ਨੂੰ ਚਲੇ ਜਾਣਾ, ਕਿਸੇ ਦੂਰ ਨਿਕਲ ਜਾਣਾ, ਸਭ ਕੁਝ ਛੱਡ ਜਾਣਾ ਹੈ। ਰਹਿ ਵਾਸਨਾ ਹਿਰਦੇ ਨਿਕੇਤ ਇਹ ਤਨ ਦਾ ਵਿਰਾਗ ਹੈ, ਪਰ ਜਿਹੜੀ ਵਾਸ਼ਨਾ ਹੈ ਨਾ ਮਨ ਦੀ, ਉਹ ਘਰ 'ਚ ਹੀ ਰਹਿੰਦੀ ਹੈ। ਮੈਂ ਘਰੇ ਹੁੰਦਾ ਮੈਨੂੰ ਗਰਮ ਪ੍ਰਸ਼ਾਦੇ ਮਿਲਦੇ, ਘਰੇ ਹੁੰਦਾ ਮੈਨੂੰ ਕੱਪੜੇ ਧੋਤੇ ਮਿਲਦੇ ਆ, ਕਿੱਧਰ ਜੰਗਲ ਵਿੱਚ ਆ ਗਏ 2-4 ਮਿੰਟ ਦਾ ਗੁੱਸਾ, ਇਹ ਕਾਹਦਾ ਵਿਰਾਗ ਸੀ ਐ। ਫਿਰ ਉੱਥੇ ਬਾਹਰ ਬਹਿ ਕੇ ਪਛਤਾਵੇ। ਤੇ ਇਹ ਉਹ ਕਹਿੰਦੇ ਆ ਨਾ ਕਿ ਨਾਰ ਮਰੀ ਘਰ ਸੰਪਤ ਨਾਸੀ, ਮੂੰਡ ਮੁੰਡਾਏ ਭਏ ਸੰਨਿਆਸੀ। ਇਹੋ ਜੀ ਹਾਲਤ ਜਦੋਂ ਘਰੇ ਕੱਖ ਨਾ ਰਵੇ, ਫਿਰ ਉਦੋਂ ਵਿਰਾਗੀ ਬਣ ਜਾਣਾ। ਕੁਝ ਸਮੇਂ ਬਾਅਦ ਇਹਨੂੰ ਗਧਾ ਵਿਰਾਗ ਵੀ ਕਹਿੰਦੇ ਆ। ਫੇਰ ਜੀ ਕਰਨਾ ਵੀ ਕਿਤੇ ਹੁਣ ਕੋਈ ਮਨਾ ਕੇ ਲੈ ਜਾਵੇ, ਇਹੋ ਜੇ ਤਨ ਦਾ ਵਿਰਾਗ ਹੁੰਦਾ। ਤੋ ਮਾਰੇ ਕਹਿੰਦੇ ਪਰ ਵਾਸ਼ਨਾ ਉਹਨਾਂ ਦੀ ਆਪਦੇ ਘਰ ਵਿੱਚ ਹੀ ਰਹਿੰਦੀ ਹੈ। ਦੂਸਰਾ ਬ੍ਰਹਮ ਲੋਕ ਲਾ ਸਾਰੇ ਤੇ ਦੂਜਾ ਮਹਾਰਾਜ ਕਹਿੰਦੇ ਭਾਈ ਮਨ ਦਾ ਵਿਰਾਗ ਹੈ। ਉਹ ਕਿਹੜਾ ਹੈ? ਬ੍ਰਹਮ ਲੋਕ ਲੋ, ਜਿਹੜੇ ਧਰਤੀ ਤੇ ਪਏ ਹੋਏ ਕੱਖ ਤੋਂ ਲੈ ਕੇ ਤੇ ਬ੍ਰਹਮ ਦੇ ਲੋਕ, ਬ੍ਰਹਮਾ ਦੇ ਲੋਕ ਤੱਕ ਜਿੰਨੇ ਵੀ ਪਦਾਰਥ ਹਨ, ਬਾਇਸ ਵਿਸਟਾ ਸਮ ਨਿਰਧਾਰੇ, ਉਹ ਕਾਂ ਦੀ ਵਿਠ ਦੇ ਸਮ ਨਿਰਣੇ ਸਹਿਤ ਧਾਰ ਲਵੇ। ਜਿਵੇਂ ਉਹ ਕਾਂ ਦੀ ਵਿਠ ਨੂੰ ਕੌਣ ਚੁੱਕਦਾ, ਹੁਣ ਉਹ ਗਲਾਨੀ ਆਉਂਦੀ ਆ ਨਾ, ਕੌਣ ਉਹਨੂੰ ਹੱਥ ਪਾਵੇ। ਇੰਨੀ ਜਿਹੜੀ ਵੈ ਉਹ ਪਦਾਰਥਾਂ ਤੋਂ ਇੰਨੀ ਗਲਾਨੀ ਆ ਜਾਵੇ ਕਿ ਧਰਤੀ ਦੇ ਕੱਖ ਪਏ ਤੋਂ ਲੈ ਕਰਕੇ ਸੋਨਾ ਚਾਂਦੀਆ ਬ੍ਰਹਮੇ ਦੀ ਪੁਰੀ ਵੀ ਮਿਲੇ, ਚਾਹੇ ਉਹਦਾ ਰਾਜ ਵੀ ਮਿਲੇ। ਕੋਈ ਜਿਹੜੀ ਵੈ ਬ੍ਰਹਮ ਲੋਕ ਲਾ ਭੋਗ ਜੋ ਚਾਹੇ ਸਰਬ ਕੋ ਤਿਆਗ, ਵੇਦ ਅਰਥ ਗਿਆਤਾ ਮਨ ਕਹਿਤ ਤਾਹੇ ਵੈਰਾਗ। ਇਹ ਵਿਰਾਗ ਜਿਹੜਾ ਵਿਚਾਰ ਸਾਗਰ ਦੇ ਪੰਡਤ ਨਿਹਚਲ ਦਾਸ ਜੀ ਦੱਸਦੇ ਵੈ। ਤੋ ਕਵੀ ਜੀ ਵੀ ਅਥਵਾ ਗੁਰੂ ਅੰਗਦ ਪਾਤਸ਼ਾਹ ਮਾਰੇ ਕਹਿੰਦੇ ਭਾਈ ਇਹ ਹੁੰਦਾ ਵਿਰਾਗ ਧਰਤੀ ਦੇ ਪਏ ਹੋਏ ਕੱਖ ਤੋਂ ਲੈ ਕਰਕੇ ਬ੍ਰਹਮ ਲੋਕ ਤੱਕ ਸਾਰੀਆਂ ਚੀਜ਼ਾਂ ਦੇ ਵਿੱਚ ਕਿਸੇ ਵਿੱਚ ਜਿਹੜਾ ਵੈ ਭਾਵ ਅਭਾਵ ਨਾ ਰਹੇ। ਹਿਰਦੇ ਵਾਸਨਾ ਕਿਆ ਹੋ ਨਾ ਤਰੈ, ਕਿਸੇ ਤਰ੍ਹਾਂ ਵੀ ਇਹਨਾਂ ਪਦਾਰਥਾਂ ਵਿੱਚ ਵਿਸ਼ਿਆਂ ਦੀ ਮਨ ਕਰਕੇ ਵਾਸ਼ਨਾ ਜਾਂ ਵਿਸ਼ਿਆਂ ਵਿੱਚ ਵਾਸ਼ਨਾ ਨਾ ਹੋਵੇ। ਸੁਪਨ ਸਮਾਨ ਜਾਣ ਪਰ ਹਰੈ, ਇਹਨਾਂ ਸਾਰਿਆਂ ਨੂੰ ਕਾਂ ਦੀ ਵਿਠ ਜਾਂ ਸਮਝਾਣ ਕੇ ਜਾਂ ਫਿਰ ਕੀ ਵੈ ਸੁਪਨਿਆਂ ਵਰਗੇ ਜਾਣੇ। ਜਿਵੇਂ ਸੁਪਨਾ ਨਾਸ਼ਵੰਤ ਵੈ, ਸਾਰੇ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਇਹੋ ਜੀ ਬਿਰਤੀ ਰੱਖਣੀ ਕਰੇ। ਪਾਏ ਪਦਾਰਥ ਪ੍ਰਲਬਧ ਤੇ ਜੋ ਕੁਝ ਮਿਲਦਾ ਉਹ ਇਉਂ ਜਾਣੇ ਵੀ ਮੈਨੂੰ ਜੋ ਮਿਲ ਰਿਹਾ ਮੇਰਾ ਮੁਕੱਦਰ ਵੈ।
ਆਪਦੀ ਕਿਸਮਤ ਜਾਣ ਕਰਕੇ ਜੋ ਮਿਲਦਾ ਸਾਧਨ ਭੋਜਨ ਕੀ ਆਸ ਨਾ ਕਰੇ, ਚਿੰਤ ਮਿਲੇ ਸੋ ਪਾਏ। ਇਹੋ ਜੀ ਬਿਰਤੀ ਰੱਖਣਾ ਕਰੇ। ਭੋਗਤ ਹੈ ਪਰ ਮਨ ਨਹਿ ਬੰਧਤੇ, ਭੋਗਦੇ ਆ ਪਦਾਰਥ, ਵਿਰਾਗੀ ਵੀ ਪਦਾਰਥ ਭੋਗਦੇ ਵੈ, ਮਾਇਆ ਤਾਇਆ ਵਰਤਦੇ ਵੈ, ਪਰ ਮਨ ਨੂੰ ਉਹਦੇ ਵਿੱਚ ਬੱਝਣ ਨਹੀਂ ਦਿੰਦੇ ਹਨ। ਨਿਜ ਸਰੂਪ ਦਿਸ ਬ੍ਰਿਤੀ ਲਗਾਵੈ, ਉਹ ਤਾਂ ਜਿਹੜਾ ਸੁੱਧ ਸਰੂਪ ਪਰਮ ਆਪਾ ਸਵੈ ਸਰੂਪ ਵੈ, ਆਤਮਾ ਵੈ, ਪਰਮ ਆਤਮਾ, ਉਹਦੇ ਵਿੱਚ ਹੀ ਆਪਦੀ ਬਿਰਤੀ ਸੁਰਤੀ ਨੂੰ ਲਾਉਂਦੇ ਆ। ਪਦਾਰਥਾਂ ਵਿੱਚ ਮਾਇਆ ਦੇ ਵਿੱਚ ਆਪਦੀ ਬਿਰਤੀ ਨਹੀਂ ਲਾਉਂਦੇ ਆ। ਵਿਸ਼ੈ ਬਾਸਨਾ ਤੇ ਉਲਟਾਵੈ, ਤੇ ਆਪਦੇ ਮਨ ਨੂੰ ਵਿਸ਼ਿਆਂ ਦੀ ਵਾਸ਼ਨਾ ਤੋਂ ਉਲਟਾ ਕਰ ਲੈਂਦੇ ਹਨ, ਮੋੜਾ ਪਾ ਲੈਂਦੇ ਆ। ਤਥਾ ਜੋਗ ਪੀ ਦੋਏ ਪ੍ਰਕਾਰ, ਤੇ ਇਸੇ ਪ੍ਰਕਾਰ ਇਹ ਦੋ ਪ੍ਰਕਾਰ ਦਾ ਜਿਹੜਾ ਹੈ, ਇਹ ਦੋ ਪ੍ਰਕਾਰ ਦਾ ਹੀ ਯੋਗ ਮਹਾਰਾਜ ਕਹਿੰਦੇ ਅੱਗੇ ਹੈ। ਇਕ ਤਾ ਕਸ਼ਟ ਜੋਗ ਉਰ ਧਾਰ, ਨਿਰਣੇ ਸਹਿਤ ਕਸ਼ਟ ਯੋਗ ਧਾਰ ਲੋ, ਜਾਂ ਯੋਗ ਸਾਧਨ ਵੀ ਕਹਿ ਦਿੰਦੇ ਵੇ। ਇਹ ਨਿਰਣੇ ਸਹਿਤ ਧਾਰੋ ਭਾਈ। ਯਮ ਨੇਮਾਦ ਅਸ਼ਟ ਹੈ ਅੰਗ, ਇਹਦੇ 8 ਅੰਗ ਵੈ। ਯਮ ਵੈ, ਨੇਮ ਤੋਂ ਆਦਿਕ ਕੀ ਵੈ, ਉਹ ਜਿਹੜੇ 84 ਆਸਣ ਵੀ ਵੈ। ਇਹ ਆਸਣ, ਇਹ 8 ਅੰਗ ਵੈ। ਯਮ ਵੈ, ਵਰਤ ਹੈ, ਨਿਯਮ ਵੈ, ਸੰਜਮ ਇਤਿਆਦਿਕ। ਇਹ 8 ਅੰਗ ਜਿਹੜੇ ਮੰਨੇ ਗਏ ਕਸ਼ਟ ਯੋਗ ਦੇ। ਸਕਲ ਕਹੇ ਬਹੁ ਵਧੇ ਪ੍ਰਸੰਗ, ਤੋ ਮਹਾਰਾਜ ਕਹਿੰਦੇ ਤੁਹਾਨੂੰ ਸਾਰੇ ਦੱਸ ਦਈਏ, ਪਰ ਕਵੀ ਜੀ ਕਹਿੰਦੇ ਆ ਕਿ ਸਾਰੇ ਦੱਸ ਤਾਂ ਦਈਏ ਸਰੋਤਿਓ, ਪਰ ਪ੍ਰਸੰਗ ਬੜਾ ਵੱਧ ਜਾਣਾ ਹੈ। ਦੂਸਰ ਰੂਪ ਸੁਨਹਾ ਤਿਸ ਭੇਤ, ਤੇ ਮਹਾਰਾਜ ਕਹਿੰਦੇ ਇਹ ਤਾਂ 8 ਅੰਗ ਵੈ ਜਿਹਨੂੰ ਕਸ਼ਟ ਯੋਗ ਕਹਿੰਦੇ ਵੈ। ਦੂਸਰਾ ਭਾਈ ਸੁਣਨਾ ਕਰੋ ਦੂਜੇ ਦਾ ਭੇਦ। ਯੋਗ ਦੋ ਪ੍ਰਕਾਰ ਦਾ, ਇੱਕ ਕਸ਼ਟ ਯੋਗ ਤੇ ਦੂਸਰਾ ਦੱਸਦੇ ਹਾਂ। ਰੋਕ ਵਾਸਨਾ ਤੇ ਮਨ ਲੇਤ, ਜਿਹੜਾ ਮਨ ਨੂੰ ਵਾਸ਼ਨਾ ਤੋਂ ਰੋਕ ਲੈਣਾ ਹੈ। ਸਤਿਗੁਰ ਸ਼ਬਦ ਸਦੀਪ ਵਿਚਾਰੈ, ਤੇ ਸਤਿਗੁਰਾਂ ਦੇ ਸ਼ਬਦ ਨੂੰ ਸਦਾ ਹਿਰਦੇ ਵਿੱਚ ਵਿਚਾਰ ਕਰਨੀ। ਜੀਵ ਬ੍ਰਹਮ ਇਕਤਾ ਨਿਰਧਾਰੈ, ਜੀਵ ਈਸ਼ ਦੀ ਬ੍ਰਹਮਤਾ ਵਾਲੀ ਬਿਰਤੀ ਰੱਖਣੀ। ਆਤਮ ਸ਼ੈਣੀ ਬੁੱਧ ਰੱਖਣੀ ਜੋ ਹੈ। ਜੀਵ ਕੀ ਹੈ ਤੇ ਆਤਮਾ ਕੀ ਹੈ, ਇਹਨਾਂ ਦਾ ਫਰਕ ਜਾਣਨਾ, ਤੇ ਸਤ ਤੋਂ ਅਸਤ ਨੂੰ ਛੱਡ ਸਤ ਨੂੰ ਗ੍ਰਹਿਣ ਕਰਨਾ। ਆਤਮ ਵਿਖੈ ਜੁਟੀ ਬ੍ਰਿਤ ਰਹੈ, ਬਿਰਤੀ ਸਦਾ ਹੀ ਆਪਦੇ ਸੁੱਧ ਸਰੂਪ ਪਰਮ ਆਪੇ ਆਤਮਾ ਵਿੱਚ ਹੀ ਜੁਟੀ ਰਹੇ, ਜਿਹਨੂੰ ਸਵੈ ਪੁੜਚੋਲ ਆਖਦੇ ਆ ਖਾਲਸਾ ਜੀ। ਆਪ ਅੰਤਰਮੁਖੀ ਬਿਰਤੀ ਹੋ ਰਹਿਣਾ ਹੈ। ਸ੍ਰੇਸ਼ਟ ਪਰਮ ਜੋਗ ਇਹ ਕਹੈ, ਇਹ ਮਹਾਰਾਜ ਕਹਿੰਦੇ ਵੱਡਾ ਯੋਗ ਹੈ ਭਾਈ ਭਗਤ ਯੋਗ, ਸ੍ਰੇਸ਼ਟ ਸਾਰਿਆਂ ਵਿੱਚੋਂ ਹੈ। ਵਾਸਤਵ ਨਿਜ ਸਰੂਪ ਕੋ ਜਾਣੈ, ਕਿਉਂਕਿ ਵਾਸਤਵ ਵਿੱਚ ਸੱਚਮੁੱਚ ਅਸਲੀਅਤ ਵਿੱਚ ਜਿਹੜਾ ਆਪਣਾ ਪਰਮ ਆਪਾ ਸੁੱਧ ਸਰੂਪ ਹੈ। ਇਸ ਕੋ ਗਿਆਨੀ ਗਿਆਨ ਬਖਾਨੈ, ਗਿਆਨੀ ਲੋਕ ਇਹਨੂੰ ਗਿਆਨ ਕਹਿੰਦੇ ਵੇ। ਭਾਵ ਖਾਲਸਾ ਜੀ ਜਿਹੜਾ ਮਾਇਆ ਦੇ ਅਕਸ਼ ਕਰਕੇ, ਮਾਇਆ ਦੇ ਪ੍ਰਭਾਵ ਕਰਕੇ ਜਿਹੜਾ ਆਪਦੇ ਸਰੂਪ ਨੂੰ ਭੁੱਲ ਜਾਂਦੇ ਨਾ, ਆਪਾਂ ਇਸ ਨੂੰ ਅਗਿਆਨ ਕਹਿੰਦੇ ਵੇ। ਤਾਹੀ ਕੋ ਫਿਰ ਜਾਣਬੇ ਤਾਹੇ ਕਹਿਤ ਹੈ ਗਿਆਨ। ਉਸੇ ਨੂੰ ਫਿਰ ਮੁੜ ਕੇ ਜਾਣਨਾ ਜਿਹੜਾ ਆਪਾਂ ਭੁੱਲੇ ਹੋਏ ਆ ਆਤਮਾ ਬਾਰੇ, ਆਪਦਾ ਸੁੱਧ ਸਰੂਪ ਭੁੱਲ ਗਏ ਆ ਨਾ, ਇਦੋਂ ਵੱਡਾ ਅਗਿਆਨ ਕੋਈ ਨਹੀਂ। ਤੇ ਆਪਦੇ ਸੁੱਧ ਸਰੂਪ ਨੂੰ ਫੇਰ ਜਾਣ ਲੈਣਾ, ਇਦੋਂ ਵੱਡਾ ਗਿਆਨ ਕੋਈ ਨਹੀਂ। ਤੋ ਮਹਾਰਾਜ ਇੱਥੇ ਕਹਿੰਦੇ ਵਾ, ਮਹਾਰਾਜ ਭਾਈ ਜਿਹੜੇ ਗਿਆਨਵਾਨ ਪੁਰਸ਼ ਵੈ, ਸੁਗੜ ਸਿਆਣੇ, ਆਤਮਾ ਦੇ ਜਾਣਨੇ ਨੂੰ ਹੀ ਜਿਹੜਾ ਵਾ ਉਹ ਗਿਆਨ ਆਖਦੇ ਆ। ਚੌਥੀ ਭਗਤ ਰੂਪ ਸੁਣ ਲੇ ਹੋ, ਚੌਥਾ ਭਾਈ 3 ਇਹ ਨੇ, ਤੇ ਚੌਥਾ ਭਗਤ ਦਾ ਰੂਪ। ਭਗਤੀ ਕਿੰਨੇ ਪ੍ਰਕਾਰ ਦੀ, ਭਗਤ ਦਾ ਰੂਪ ਸੁਣ ਲਵੋ। ਕਲੀ ਕਾਲ ਇਹ ਮੁਖ ਲਖੇ ਹੋ, ਕਲਯੁਗ ਦੇ ਸਮੇਂ ਦੇ ਵਿੱਚ ਜਿਹੜੀ ਭਗਤੀ ਹੈ ਮਹਾਰਾਜ ਕਹਿੰਦੇ ਸ਼੍ਰੇਸ਼ਟ ਹੈ ਭਾਈ, ਇਹ ਸਾਰਿਆਂ ਤੋਂ ਮੁਖੀ ਹੈ। ਵਾਹਿਗੁਰੂ ਕੀ ਜਹ ਨਿਜ ਸੁਆਮੀ, ਭਗਤ ਕੀ ਹੈ? ਵਾਹਿਗੁਰੂ 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 ਵਾਹਿਗੁਰੂ। ਆਪ ਜੇ ਸੁਆਮੀ ਪਰਮੇਸ਼ਰ ਨੂੰ ਆਪਦਾ ਪਤੀ ਬਣਾ ਲੈਣਾ, ਜੋ ਸਕਲ ਸ਼ਕਤ ਜੁਤ ਅੰਤਰ ਜਾਮੀ, ਜਿਹੜਾ ਸਾਰੀਆਂ ਸ਼ਕਤੀਆਂ ਦੇ ਸਹਿਤ ਤੇ ਹਿਰਦੇ ਦੀ ਜਾਣਨ ਵਾਲਾ ਪ੍ਰਭੂ ਹੈ। ਆਪ ਬਣਹਿ ਦਾਰਾ ਪ੍ਰਭ ਕੀਰੀ, ਤੇ ਕੀ ਕਰੇ ਫਿਰ ਉਹ ਪਰਮੇਸ਼ਰ ਜਿਹੜਾ ਹੈ ਨਾ ਸੱਚੇ ਪਾਤਸ਼ਾਹ, ਉਹ ਪਰਮੇਸ਼ਰ ਅਕਾਲ ਪੁਰਖ ਪਰਮੇਸ਼ਰ ਨੂੰ ਪਤੀ ਬਣਾਵੇ। ਆਪ ਬਣਹੰਦਾਰਾ ਪ੍ਰਭ ਕੇਰੀ, ਆਪ ਉਸ ਪਰਮੇਸ਼ਰ ਦੀ ਪਤਨੀ ਬਣੇ, ਉਸ ਪਰਮੇਸ਼ਰ ਦੀ ਜਿਹੜੀ ਵਿਆਹੁਤਾ ਸੁਹਾਗਣ ਬਣ ਜਾਵੇ। ਪਤੀ ਬ੍ਰਤਾ ਕੀ ਰੀਤ ਬਡੇਰੀ, ਤੇ ਫਿਰ ਪਤੀ ਬ੍ਰਤਾ ਧਰਮ ਕਰੇ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਭਾਵ ਕਿ ਇੱਕ ਪ੍ਰਭੂ ਜਿਵੇਂ ਪਤੀ ਬ੍ਰਤਾ ਇਸਤਰੀ ਦਾ ਧਰਮ ਹੁੰਦਾ ਨਾ, ਆਪਦੇ ਪਤੀ ਤੋਂ ਬਿਨਾ ਕੋਈ ਜਿਹੜਾ ਵਾ ਪਰ ਪੁਰਖ ਜਿਹੜਾ ਵਾ ਆਪਣੀ ਅੱਖ ਥੱਲੇ ਵੀ ਨਹੀਂ ਰੱਖਦੀ, ਬਿਰਤੀ 'ਚ ਰੱਖਣਾ ਬਹੁਤ ਦੂਰ ਵਾ। ਇਹ ਜਿਹੜੀ ਵਾ ਪਤੀ ਬ੍ਰਤਾ ਇਸਤਰੀ ਦਾ ਸਭ ਤੋਂ ਵੱਡਾ ਧਰਮ ਹੈ।
ਪਰ ਜਿਹੜੀ ਪਤੀਵ੍ਰਤਾ ਇਸਤਰੀ ਧਰਮੇ ਰੱਖਦੀ ਵੈ, ਉਹ ਪਤੀਵ੍ਰਤਾ ਧਰਮ ਰੱਖਣਾ ਵੈ। ਆਪ ਪਤਨੀ ਬਣੇ ਪਰਮੇਸ਼ਰ ਦੀ, ਪ੍ਰਭੂ ਪਤੀ ਬਣੇ, ਤੇ ਪਤੀਵ੍ਰਤਾ ਧਰਮ ਕੀ ਹੈ? ਪਰ ਪ੍ਰਭੂ ਨੂੰ, ਸੱਚੇ ਪਾਤਸ਼ਾਹ ਨੂੰ ਛੱਡ ਕੇ ਹੋਰ ਕਿਸੇ ਮੜੀ ਮਸਾਣੇ ਦੂਜੇ ਤੀਜੇ ਦੇਹਧਾਰੀ ਦੀ ਜੜੀ ਵੈ ਉਥੋਂ ਤਰਨ ਦੀ ਆਸਾ ਨਹੀਂ ਰੱਖਣੀ। ਇਹ ਪਤੀਵ੍ਰਤਾ ਧਰਮ ਦੀ ਰੀਤ ਮਹਾਰਾਜ ਕਹਿੰਦੇ ਸਾਰਿਆਂ ਤੋਂ ਵੱਡੀ ਹੈ। ਤਨ ਮਨ ਧਨ ਸਭ ਅਰਪਹਿ ਪਤ ਕਾ, ਆਖੇ ਮੇਰਾ ਤਨ ਸਰੀਰ ਵੀ, ਮਨ ਵੀ, ਧਨ ਵੀ, ਸਾਰਾ ਕੁਝ ਹੀ ਪ੍ਰਭੂ ਪਤੀ ਪਰਮੇਸ਼ਰ ਦਾ ਹੈ। ਪਿਆਰੋ ਪਰਮ ਪ੍ਰੇਮ ਕਰ ਚਿਤ ਕਾ, ਤੇ ਉਹ ਪ੍ਰਭੂ ਪਰਮੇਸ਼ਰ ਜਿਹੜਾ ਮੈਂ ਮੇਰਾ ਮਨ ਕਰਕੇ ਚਿੱਤ ਕਰਕੇ ਬੜਾ ਮੈਨੂੰ ਪ੍ਰੇਮ ਪਿਆਰਾ ਲੱਗਦਾ ਹੈ। ਪਤ ਰਜਾਏ ਮਹਿ ਰਾਜੀ ਰਹੈ, ਆਪਦੀ ਪਤੀ ਦੀ ਫਿਰ ਜਿਵੇਂ ਵਿਆਹੁਤਾ ਇਸਤਰੀ ਖਾਲਸਾ ਜੀ ਜਾਂ ਕੋਈ ਪਤੀਵ੍ਰਤਾ ਮਾਈ ਪਤੀ ਦੀ ਆਗਿਆ ਵਿੱਚ ਹੀ ਰਹਿੰਦੀ ਨਾ, ਜਿਵੇਂ ਉਹ ਕਹਿੰਦੇ ਉਵੇਂ ਕਾਰਜ ਕਰਦੀ, ਸੇਵਾ ਕਰਦੀ ਵੈ, ਇਹੋ ਜੀ ਬਿਰਤੀ ਰੱਖੇ। ਜਿਵੇਂ ਵੀ ਮਹਾਰਾਜ ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਜਿਵੇਂ ਪ੍ਰਭੂ ਪਰਮੇਸ਼ਰ ਮਹਾਰਾਜ ਤੁਸੀਂ ਸਾਡੇ ਪਤੀ ਹੋ, ਜਿਵੇਂ ਮਹਾਰਾਜ ਤੁਸੀਂ ਕਰਦੇ ਹੋ ਸਾਨੂੰ ਉਵੇਂ ਠੀਕ ਵੈ। ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ, ਜਿਵੇਂ ਮਹਾਰਾਜ ਤੁਸੀਂ ਕਰਦੇ ਹੋ ਸਾਡੇ ਵਾਸਤੇ ਉਹੀ ਭਲਾ ਹੈ। ਅਸੀਂ ਤੁਹਾਡੀ ਮਹਾਰਾਜ ਪਤਨੀਆਂ ਹਾਂ ਜਾਂ ਪਤਨੀ ਹਾਂ ਮਹਾਰਾਜ ਤੁਹਾਡੀ, ਕਿਰਪਾ ਕਰੋ ਜਿਵੇਂ ਤੁਸੀਂ ਕਰੋ ਮਹਾਰਾਜ ਸਾਡੇ ਵਾਸਤੇ ਉਹੀ ਸਾਡੇ ਭਲੇ ਦੀ ਫਾਇਦੇ ਦੀ ਗੱਲ ਹੈ। ਇਹ ਖਾਲਸਾ ਦੀ ਬਿਰਤੀ ਪਤੀਵ੍ਰਤਾ ਇਸਤਰੀ ਦੀ ਹਿਰਦੇ ਵਿੱਚ ਧਾਰਨਾ ਕਰੇ। ਜਾਵਤ ਮਿਲਹਿ ਨ ਰਚਹਿ ਉਪਾਈ, ਤੇ ਇਸ ਪ੍ਰਕਾਰ ਫਿਰ ਕੀ ਕਰੇ? ਐਸੀ ਬਿਰਤੀ ਰੱਖੇ ਤੋ ਜੇ ਨਾ ਪ੍ਰਭੂ ਪਰਮੇਸ਼ਰ ਪਤੀ ਮਿਲੇ ਨਾ ਜਿੰਨਾ ਸਮਾਂ, ਉਹਨਾਂ ਸਮਾਂ ਕੋਈ ਨਾ ਕੋਈ ਉਪਾਅ ਕਰਦੇ ਹੀ ਰਹਿਣਾ। ਉਪਾਅ ਕੀ ਕਰਨਾ? ਜਿਵੇਂ ਪਤਨੀ ਨੂੰ ਪਤੀ ਨਾ ਮਿਲੇ ਉਹ 100 ਢੰਗ ਤਰੀਕੇ ਉਪਾਅ ਕਰਦੀ ਵੈ ਪ੍ਰਾਪਤੀ ਦੇ, ਇਸੇ ਤਰ੍ਹਾਂ ਅਸੀਂ ਵੀ ਪ੍ਰਾਪਤੀ ਦੇ ਭਈ ਉਪਾਅ ਕਰਨੇ ਵੈ। ਬਾਰੇ ਕਹਿੰਦੇ ਉਹ ਕਿਹੜੇ ਵੈ? ਅੰਮ੍ਰਿਤ ਵੇਲੇ ਉੱਠਣਾ, ਜਾਗਣਾ, ਕਿਹੜਾ ਤਰੀਕਾ ਹੋਵੇ ਜਿਹਦੇ ਨਾਲ ਪ੍ਰਭੂ ਪਰਮੇਸ਼ਰ ਜਿਹੜਾ ਵੈ ਖੁਸ਼ ਹੋ ਜਾਣ। ਤੇ ਕਬ ਮੋਹੇ ਗਲ ਲਾਵੇਗੀ, ਕਦੋਂ ਪ੍ਰਭੂ ਪਰਮੇਸ਼ਰ ਸਾਨੂੰ ਗਲ ਨਾਲ ਲਾਉਣ, ਜਾਂ ਕਦੋਂ ਅਭੇਤਾ ਰੂਪੀ ਕੰਠ ਨਾਲ ਸੱਚੇ ਪਾਤਸ਼ਾਹ ਸਾਨੂੰ ਲਾ ਲੈਣ। ਇਹੋ ਜੀ ਖਾਲਸਾ ਦੀ ਬਿਰਤੀ ਮਹਾਰਾਜ ਕਹਿੰਦੇ ਰੱਖੀਏ, ਜਿਹਦੇ ਨਾਲ ਸਾਡਾ ਪ੍ਰਭੂ ਪਰਮੇਸ਼ਰ ਦੇ ਨਾਲ ਜਿਹੜਾ ਵੈ ਮੇਲ ਬਣ ਆਵੇ। ਜਿੰਨਾ ਸਮਾਂ ਨਹੀਂ ਨਾ ਬਣਦਾ ਮੇਲ, ਇਹ ਨਹੀਂ ਹੱਥ ਤੇ ਹੱਥ ਧਰ ਕੇ ਬਹਿ ਜਾਣਾ ਕਿ ਸ਼ਾਇਦ ਮਿਲੇ ਕਿ ਨਾ ਮਿਲੇ, ਨਹੀਂ। ਮਹਾਰਾਜ ਕਹਿੰਦੇ ਭਾਈ ਸਿੱਖੋ ਸਦਾ ਹੀ ਇਹੋ ਜੀ ਬਿਰਤੀ ਰੱਖਣੀ ਕਿ ਕਿਵੇਂ ਮਿਲੇਗਾ। ਤੋ ਜਾਪ ਕਰਨੇ, ਤਪ ਕਰਨੇ, ਫਿਰ ਅੰਮ੍ਰਿਤ ਵੇਲੇ ਉੱਠਣਾ, ਜਾਗਣਾ, ਇਸ਼ਨਾਨ ਪਾਣ ਕਰਨੇ, ਸੇਵਾ ਕਰਨੀ, ਸਿਮਰਨ ਕਰਨਾ, ਇਹ ਸਾਰੇ ਉਪਾਅ ਆ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਦੇ। ਜਿੰਨਾ ਸਮਾਂ ਮਿਲ ਨਹੀਂ ਜਾਂਦਾ ਉਹਨਾਂ ਸਮਾਂ ਭਾਈ ਉਪਾਅ ਕਰਦੇ ਹੀ ਰਹਿਣਾ ਵੀ ਕਿਵੇਂ ਨਾ ਕਿਵੇਂ ਪ੍ਰਾਪਤ ਹੋ ਜਾਵੇ। ਅਹ ਸੁਖਦ ਪਤ ਬਿਨ ਦੁਖਦਾਈ, ਤੇ ਇਹ ਜਾਣੇ ਵੀ ਮੈਂ ਪਤੀ ਨੂੰ ਪ੍ਰਾਪਤ ਕਰਕੇ ਸੁਖ ਹਾਂ। ਜੇ ਪ੍ਰਭੂ ਪਤੀ ਮੈਨੂੰ ਪ੍ਰਾਪਤ ਨਾ ਹੋਇਆ, ਪ੍ਰਭੂ ਪਰਮੇਸ਼ਰ ਪਤੀ ਤੋਂ ਬਿਨਾ ਮੈਂ ਦੁੱਖਾਂ ਦਾ ਘਰ ਹਾਂ, ਦੁਖਦਾਈ ਹਾਂ। ਦੀਰਘ ਸਵਾਸ ਪਰੀ ਮੁਖ ਪੀਰੀ, ਤੇ ਲੰਮੇ ਸਾਹ ਲੈਣਾ ਕਰੇ ਵਿਛੋੜੇ ਅੰਦਰ, ਜਿਵੇਂ ਇੱਕ ਪਤਵ੍ਰਤਾ ਇਸਤਰੀ ਪਤੀ ਦੇ ਵਿਛੋੜੇ ਵਿੱਚ ਲੰਮੇ ਸਵਾਸ ਲੈਂਦੀ ਹੋ ਕੇ ਭਰਦੀ ਹੈ, ਮੁਖ ਵਿਜੋਗ ਵਿੱਚ ਪੀਲਾ ਪੈ ਜਾਵੇ। ਅਸਰੂ ਬਹਿ ਤਰਹਿ ਨਹਿ ਧੀਰੀ, ਧੀਰਜ ਨਾ ਧਰੇ ਜਿੰਨਾ ਸਮਾਂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਨੇਤਰਾਂ ਦੇ ਵਿੱਚੋਂ ਪਰਮੇਸ਼ਰ ਦੇ ਰਾਗ ਵਿਛੋੜੇ ਅੰਦਰ ਜ਼ਰਾ ਹਜ਼ਾਰ ਜਲ ਵਹਿੰਦਾ ਹੋਵੇ। ਜੋ ਤਿਸ ਪਤ ਕੀ ਬਾਤ ਸੁਣਾਵੇ, ਤੇ ਜਿਹੜਾ ਕੋਈ ਉਸ ਪ੍ਰਭੂ ਪਰਮੇਸ਼ਰ ਜਾਂ ਪਤੀ ਦੀ ਗੱਲ ਸੁਣਾਉਣੀ ਕਰੇ, ਕੋਈ ਸਾਖੀਆਂ, ਕੋਈ ਕਹਾਣੀਆਂ, ਕੋਈ ਕਥਾ ਸੁਣਾਵੇ, ਕੋਈ ਕੀਰਤਨ ਸੁਣਾਵੇ, ਕੋਈ ਮਹਾਰਾਜ ਦੀ ਬਾਣੀ ਸੁਣਾਵੇ, ਉਹ ਪਰਮ ਪ੍ਰੀਤਮ ਦੇ ਦੇਸ਼ ਨੂੰ ਜਾਂਦੇ ਹੋਏ ਰਾਹ ਸਾਧਨ ਦੱਸਣਾ ਕਰੇ। ਸੇਵਾ ਕਰਹਿ ਪ੍ਰੇਮ ਕੋ ਲਾਵੇ, ਤੇ ਉਹਦੀ ਸੇਵਾ ਕਰਨੀ ਹੈ ਪ੍ਰੇਮ ਸਹਿਤ। ਕਿਉਂ? ਕਿਉਂਕਿ ਭਾਈ ਤੂੰ ਮੈਨੂੰ ਮੇਰੇ ਪ੍ਰਭੂ ਪਰਮੇਸ਼ਰ ਦੀਆਂ ਗੱਲਾਂ ਸੁਣਾਉਣਾ ਹੈ, ਮੈਨੂੰ ਸ਼ਾਂਤੀ ਮਿਲਦੀ ਵੈ। ਸੀਸ ਵੱਢੇ ਕਰ ਬੈਸਣ ਦੀਜਾ, ਵਿਣ ਸਿਰ ਸੇਵ ਕਰੀਜਾ। ਸੀਸ ਵੱਢ ਕੇ ਉਹਨੂੰ ਬਹਿਣ ਨੂੰ ਦੇ ਦੇਣਾ ਚਾਹੀਏ, ਬਿਨਾਂ ਸਿਰ ਤੋਂ ਕੱਲੇ ਹੀ ਧੜ ਦੇ ਨਾਲ ਜਿਹੜੀ ਵੀ ਉਹਦੀ ਸੇਵਾ ਕਰੀਏ, ਕਿਉਂਕਿ ਉਹਨੇ ਪ੍ਰਭੂ ਜੋ ਦੀਸਾ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਓ। ਉਹਦੀ ਸੇਵਾ ਕਰੀਏ ਕਿ ਭਾਈ ਤੂੰ ਸਾਨੂੰ ਪਰਮੇਸ਼ਰ ਦੀ ਬਾਤ ਸੁਣਾਉਣਾ ਕੀਤੀ ਹੈ। ਪਤ ਪਰਮੇਸ਼ਰ ਪ੍ਰੇਮ ਪਛਾਨੈ, ਤੇ ਜਦੋਂ ਕਿਤੇ ਪ੍ਰਭੂ ਪਰਮੇਸ਼ਰ ਨੇ ਸਾਡਾ ਪ੍ਰੇਮ ਪਛਾਣ ਲੈਣਾ ਕੀਤਾ, ਮਿਲਹਿ ਪ੍ਰਿਆ ਸੋਰਲੀਆਂ ਠਾਨੈ, ਫਿਰ ਨਾਲ ਮਿਲ ਜਾਵੇਗਾ, ਅਭੇਦ ਕਰ ਲਵੇਗਾ, ਆਪਦੇ ਵਿੱਚ ਹੀ ਸਮਾ ਲੈਂਦਾ ਹੈ। ਤਿਨ ਕੇ ਬਸ ਹੋਏ ਫਿਰ ਹੈ ਪਿਛਾਰੀ, ਫਿਰ ਉਹਦੇ ਜਦੋਂ ਵਸ ਪੈ ਗਏ ਨਾ, ਤੇ ਜਾਂ ਜਿਹੜੇ ਭਗਤੀ ਕਰਦੇ ਆ ਨਾ, ਜਿਹੜੇ
ਪ੍ਰਭੂ ਪਰਮੇਸ਼ਰ ਮਹਾਰਾਜ ਕਹਿੰਦੇ ਉਹਨਾਂ ਦੇ ਮਗਰ ਲੱਗਿਆ ਫਿਰਦਾ, ਉਹਨਾਂ ਦੇ ਮਗਰ ਪਿੱਛੇ ਪਿੱਛੇ ਪ੍ਰਭੂ ਪਰਮੇਸ਼ਰ ਤੁਰਿਆ ਫਿਰਦਾ ਜਿਹੜੇ ਭਗਤੀ ਕਰਨ ਵਾਲੇ ਆ। ਏਮ ਹਰ ਭਗਤ ਲੇਹ ਉਰ ਤਾਰੀ। ਇਉਂ ਭਾਈ ਤੁਸੀਂ ਤਿੰਨੇ ਹੀ ਭਾਈ ਦੀਪਾ ਜੀ ਤੋਂ ਆਦਿਕ ਹਰੀ ਦੀ ਭਗਤੀ ਨੂੰ ਹਿਰਦੇ ਵਿੱਚ ਧਾਰੋ। ਪ੍ਰਭੂ ਤਾਂ ਤੁਸੀਂ ਕਹਿੰਦੇ ਮਿਲਣਾ ਪ੍ਰਭੂ ਪਰਮੇਸ਼ਰ ਨੂੰ, ਜਨਮ ਮਰਨ ਦੇ ਬੰਧਨ ਕੱਟਣੇ, ਇਹੋ ਜਿਹੀ ਭੇਦਤਾ ਹੋਵੇਗੀ। ਪ੍ਰਭੂ ਤਾਂ ਤੁਹਾਡੇ ਮਗਰ ਮਗਰ ਤੁਰਿਆ ਫਿਰੇਗਾ। ਇਹ ਭਗਤੀ ਇੰਨੀ ਵੱਡੀ ਹੈ। ਸੁਣ ਸਤਿਗੁਰ ਕੇ ਬਾਕ ਸੁਹਾਏ। ਇਹੋ ਜਿਹੇ ਸ਼੍ਰੇਸ਼ਟ ਮਹਾਰਾਜ ਦੇ ਵਾਕ ਸੁਣ ਕੇ ਨਿਹਾਲ ਹੋ ਗਏ ਆ। ਤੀਨਹ ਭਗਤ ਪਏ ਸੁਖ ਪਾਏ। ਤੇ ਤਿੰਨੇ ਫਿਰ ਭਗਤੀ ਕਰਨ ਲੱਗੇ ਤੇ ਬੜਾ ਸੁਖ ਮਿਲਦਾ ਹੈ। ਸਤ ਸੰਗਤ ਕੀ ਸੇਵਾ ਲਾਗੇ। ਨਾਲ ਨਾਲ ਸਿੱਖਾਂ ਸੰਗਤਾਂ ਦੀ ਸੇਵਾ ਕਰਨ ਵਿੱਚ ਲੱਗੇ ਆ। ਪ੍ਰੇਮ ਪਰਮੇਸ਼ਰ ਕੋ ਮਨ ਜਾਗੇ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਦਾ ਪ੍ਰੇਮ ਜਾਗਿਆ ਹੋਇਆ ਹੈ। ਮੱਲੂ ਸ਼ਾਹੀ ਆਦਿਕ ਸਾਰੇ। ਮੱਲੂ ਸ਼ਾਹ ਤੋਂ ਆਦਿਕ ਜਿਹੜੇ ਹੋਰ ਵੀ ਸਿੱਖ ਹਨ, ਸ਼੍ਰੀ ਅੰਗਦ ਕੇ ਰਹੇ ਦੁਆਰੇ। ਇਹ ਫਿਰ ਇੱਥੇ ਹੀ ਰਹਿ ਪਏ ਸੀ, ਖਡੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਦੇ ਪਾਸ ਰਹਿ ਪਏ ਹਨ। ਸ਼੍ਰੀ ਗੁਰੂ ਅਮਰਦਾਸ ਟਿਕ ਰਹਿ। ਤੇ ਇਸ ਤੋਂ ਬਾਅਦ ਕਵੀ ਜੀ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਵੀ ਜਦੋਂ ਤੀਜੀ ਥਾਵੇਂ ਸਰੂਪ ਧਾਰਿਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਤੋਂ ਬਾਅਦ ਇਹ ਸਾਰੇ ਸਿੱਖ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਸ ਵੀ ਰਹੇ ਆ। ਕਰ ਸਿੱਖੀ ਕੋ ਸਭ ਗਤ ਲਹੈ। ਇਹਨਾਂ ਨੇ ਸਿੱਖੀ ਧਾਰਨ ਕੀਤੀ, ਗੁਰੂ ਅੰਗਦ ਪਾਤਸ਼ਾਹ ਮਹਾਰਾਜ ਤੋਂ ਸ਼੍ਰੇਸ਼ਟ ਗਤ ਪ੍ਰਾਪਤ ਹੋਈ। ਸ਼੍ਰੇਸ਼ਟ ਕਹੀਏ ਮੁਕਤੀ, ਕੇਵਲ ਮੁਕਤੀ ਨੂੰ ਪ੍ਰਾਪਤ ਹੋਏ ਆ। ਇਨ ਸੋ ਮਿਲੇ ਅਪਰ ਸਿੱਖ ਹੋਏ। ਇਹਨਾਂ ਨਾਲ ਮਿਲ ਮਿਲ ਕੇ ਹੋਰ ਵੀ ਬੜੇ ਨੇ। ਜਦੋਂ ਚੰਗੇ ਦੀ ਸੰਗਤ ਕਰਦੇ ਫਿਰ ਦੂਸਰੇ ਵੀ ਚੰਗੇ ਹੋ ਜਾਂਦੇ ਆ। ਹੋਰ ਬੇਅੰਤ ਸਿੱਖਾਂ ਨੇ ਇਹਨਾਂ 4-5 ਸਿੱਖਾਂ ਦੀ ਸੰਗਤ ਕੀਤੀ ਤੇ ਨਾਲ ਨਾਲ ਉਹ ਵੀ ਸੰਗਤ ਕਰ ਕਰਕੇ ਨਿਹਾਲ ਹੋ ਗਏ। ਉਹਨਾਂ ਸਭ ਨੇ ਸਿੱਖੀ ਧਾਰਨ ਕੀਤੀ ਆ। ਸਤਿਗੁਰ ਜਸ ਕੋ ਹਿਰਦੇ ਪਰੋਏ। ਤੇ ਆਪਦੇ ਹਿਰਦੇ ਵਿੱਚ ਹਰੀ ਪ੍ਰਭੂ ਪਰਮੇਸ਼ਰ ਦੀ ਵਡਿਆਈ ਫਿਰ ਪਰੋ ਲਈ ਵੈ। ਪਰਮੇਸ਼ਰ ਪ੍ਰਭੂ ਦੀ ਵਡਿਆਈ ਨੂੰ ਹਿਰਦੇ ਰੂਪੀ ਧਾਗੇ ਵਿੱਚ ਪਰੋ ਕੇ ਮਾਲਾ ਬਣਾ ਲਿਆ। ਵੱਡੇ ਭਾਗ ਜਿਨ ਕੇ ਜਗ ਜਾਗੇ। ਕਵੀ ਜੀ ਕਹਿੰਦੇ ਸੰਸਾਰ ਵਿੱਚ ਜਿਨ੍ਹਾਂ ਜੀਵਾਂ ਦੇ ਵੱਡੇ ਹੀ ਭਾਗ ਜਾਗੇ ਸਨ, ਗੁਰ ਮਿਲ ਪ੍ਰਭੂ ਪ੍ਰੇਮ ਮਹਿ ਪਾਗੇ। ਉਹਨਾਂ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਨਾਲੇ ਦਰਸ਼ਨ ਕੀਤੇ ਤੇ ਨਾਲੇ ਹੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੇ ਪ੍ਰੇਮ ਵਿੱਚ ਪਾਗੇ ਕਈ ਰੱਪ ਗਏ, ਰੰਗੇ ਗਏ। ਉਹ ਜਿਨ੍ਹਾਂ ਦੇ ਵੱਡੇ ਭਾਗ ਹੈ ਉਹੀ ਸਤਿਗੁਰਾਂ ਦੇ ਚਰਨੀ ਆਉਂਦੇ, ਉਹਨਾਂ ਦੇ ਦਰਸ਼ਨ ਕਰਦੇ ਤੇ ਮਹਾਰਾਜ ਤੋਂ ਸਿੱਖਿਆ ਉਪਦੇਸ਼ ਲੈ ਲੈ ਕੇ ਆਪਣੀ ਕਲਿਆਣ ਕਰਦੇ ਕਰਵਾਉਂਦੇ। ਇਹ ਪ੍ਰਸੰਗ ਜਿਹੜਾ ਵਾ ਕਵੀ ਜੀਆਂ ਜਿਹੜਾ ਵਾ 12ਵਾਂ ਅੰਸੂ ਇੱਥੇ ਸਮਾਪਤ ਕੀਤਾ ਹੈ। ਸਿੱਖਾਂ ਦੀ ਕਲਿਆਣ ਸਤਿਗੁਰਾਂ ਕਿਵੇਂ ਕੀਤੀ, ਅੱਗੇ ਜਿਵੇਂ ਜਿਵੇਂ ਪ੍ਰਸੰਗ ਹੋਰ ਖਾਲਸਾ ਜੀ ਆਉਂਦੇ ਵਾ ਸਿੱਖਾਂ ਦੇ ਨਿਤਾ ਪ੍ਰਤੀ ਹਾਜ਼ਰੀਆਂ ਭਰ ਆਪਣੇ ਸਵਾਸਾਂ ਰੂਪੀ ਪੂੰਜੀ ਨੂੰ ਭਾਈ ਸਫਲਿਆਂ ਬਣਾਓ। ਬੁੱਧੀ ਤੁੱਛ ਹੋਈਆਂ ਭੁੱਲਾਂ ਦੀ ਖਿਮਾ। ਇੱਥੇ ਸਮਾਪਤੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਨ ਸੋ ਮਿਲੇ ਅਪਰ ਸਿੱਖ ਹੋਏ। ਸਤਿਗੁਰ ਜਸ ਕੋ ਹਿਰਦੇ ਪਰੋਏ। ਵੱਡੇ ਭਾਗ ਜਿਨ ਕੇ ਜਗ ਜਾਗੇ। ਗੁਰ ਮਿਲ ਪ੍ਰਭੂ ਪ੍ਰੇਮ ਮਹਿ ਪਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्मा या विनाशी अघनाश। हे पूरन हे सर्व मैं दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे है होवण हार। हे संत कै सदा संग निधार आधार। हे ठाकुर हौ दास रो मैं निर्गुण गुण नहीं कोय। नानक दीजै नाम दान राखाहिय परोय। आए प्रभ शरणागति कृपा निध दयाल। एक अखर हर मन बसत नानक होत निहाल। कथा निता प्रत होत है सुनो सो सिंह सुजान। नानक गुरु गोबिंद सिंह जी सदा करहै कल्याण। वाहिगुरु नाम जहाज है चढ़े सो उतरे पार। जो सरधा कर से
ਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।